ਗੁਰਮੁਖ ਸ਼ਾਸਤਰ ਸਿਮ੍ਰਿਤ ਵੇਦ। ਹੁਣ ਕਈ ਵੀਰਾਂ ਨੇ ਅਰਥ ਭਾਵ ਕੀਤੇ ਨੇ ਕਿ ਜੋ ਗੁਰਮੁਖ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹਨੂੰ ਸਿਮਰਤੀਆਂ ਸ਼ਾਸਤਰਾਂ ਵੇਦਾਂ ਦਾ ਗਿਆਨ ਹੋ ਜਾਂਦਾ ਹੈ। ਲੇਕਿਨ ਇਹ ਗੱਲ ਸਮਝਣ ਵਾਲੀ ਹੈ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਨਾ, ਉਹ ਗਿਆਨ ਹੀ ਉਹਦੇ ਵਾਸਤੇ ਸਿਮਰਤੀਆਂ ਸ਼ਾਸਤਰ ਵੇਦ ਹੈ। ਇਹ ਚੀਜ਼ ਸਮਝਣ ਵਾਲੀ ਹੈ। ਉਹ ਗਿਆਨ ਹੀ ਗੁਰੂ ਦਾ ਜੋ ਗਿਆਨ ਹੈ, ਸੱਚਾ ਗਿਆਨ, ਯੂਨੀਵਰਸਲ ਟਰੁੱਥ, ਉਹੀ ਉਹਦੇ ਵਾਸਤੇ ਸਿਮਰਤੀਆਂ ਸ਼ਾਸਤਰ ਵੇਦ ਹੈ। ਉਹਨੂੰ ਪੜ੍ਹਨ ਦੀ ਜ਼ਰੂਰਤ ਨਹੀਂ। ਦੂਜੀ ਗੱਲ, ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਜੋ ਸਿਮਰਤੀਆਂ ਸ਼ਾਸਤਰ ਵੇਦ ਨੇ, ਉਹਦੇ ਪਿੱਛੇ ਸੋਚ ਕੀ ਹੈ, ਉਹ ਲਿਖਣ ਵਾਲੇ ਦੀ ਸੋਚ ਕਿੱਥੋਂ ਤੱਕ ਹੈ, ਉਹਨੂੰ ਇਸ ਚੀਜ਼ ਦੀ ਸਮਝ ਪੈ ਜਾਂਦੀ ਹੈ। ਯਾਨੀ ਗੁਰੂ ਦਾ ਗਿਆਨ ਹੀ ਸੱਚਾ ਗਿਆਨ ਜਿਹੜਾ ਹੈ, ਯੂਨੀਵਰਸਲ ਟਰੁੱਥ ਜੋ ਹੈ, ਉਹੀ ਸਿਮਰਤੀਆਂ ਸ਼ਾਸਤਰ ਔਰ ਵੇਦ ਨੇ। ਗੁਰਮੁਖ ਪਾਵੈ ਘਟ ਘਟ ਭੇਦ। ਗੁਰੂ ਦੇ ਹੁਕਮ ਵਿੱਚ ਤੁਰ ਕੇ ਹਰੇਕ ਘਟ ਦੇ ਅੰਦਰ ਵਿਆਪਕ ਪ੍ਰਭੂ ਦਾ ਉਹ ਭੇਦ ਸਮਝ ਲੈਂਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਵਾਲਾ ਹੈ ਨਾ, ਗੁਰੂ ਦੇ ਗਿਆਨ ਨੂੰ ਸਮਝਣ ਵਾਲਾ ਹੈ, ਜਿਸ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ, ਉਹਨੂੰ ਇਹ ਭੇਤ ਆ ਜਾਂਦਾ ਹੈ, ਸਮਝ ਆ ਜਾਂਦੀ ਹੈ ਕਿ ਹਰ ਘਟ ਦੇ ਅੰਦਰ ਰੱਬ ਹੀ ਵਸ ਰਿਹਾ ਹੈ, ਹਰ ਸਰੀਰ ਵਿੱਚ ਵਸ ਰਿਹਾ ਹੈ। ਰੱਬ ਸਾਡੇ ਤੋਂ ਵੱਖਰਾ ਨਹੀਂ ਹੈ। ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਵਿਚਾਰ ਕੀਤੀ ਹੈ, ਜਪਜੀ ਸਾਹਿਬ ਵਿੱਚ ਹੈ, ਜਾਂ ਉਸ ਤੋਂ ਬਾਅਦ ਵੀ ਸੁਖਮਨੀ ਸਾਹਿਬ ਵਿੱਚ ਵੀ, ਔਰ ਅਸੀਂ ਰੋਜ਼ ਪੜ੍ਹਦੇ ਹਾਂ, ਕੁਦਰਤ ਕਰਕੇ ਵਸਿਆ ਸੋਏ, ਕਿ ਉਹ ਕੁਦਰਤ ਦੇ ਅੰਦਰ ਵਸ ਰਿਹਾ ਹੈ, ਕੁਦਰਤ ਤੋਂ ਵੱਖਰਾ ਨਹੀਂ ਹੈ, ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ, ਆਪ ਹੀ ਉਹ ਸੰਸਾਰ ਰੂਪ ਹੋ ਗਿਆ। ਜਿਵੇਂ ਅਸੀਂ ਪਿੱਛੇ ਵਿਚਾਰ ਕਰ ਵੀ ਆਏ ਹਾਂ, ਅਵਿਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ, ਉਹ ਆਪ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਤਾਂ ਗੁਰੂ ਦੇ ਗਿਆਨ ਨੂੰ ਅਪਣਾਉਣ ਵਾਲਾ ਮਨੁੱਖ ਇਹ ਭੇਤ ਜਾਣ ਲੈਂਦਾ ਹੈ ਕਿ ਪ੍ਰਭੂ ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਜਦੋਂ ਇਸ ਭੇਤ ਆ ਜਾਏਗਾ ਨਾ, ਫਿਰ ਅਸੀਂ ਇੱਕ ਤਾਂ ਆਪਣੇ ਅੰਦਰ ਰੱਬ ਨੂੰ ਵੇਖਾਂਗੇ, ਯਾਨੀ ਰੱਬੀ ਗੁਣਾਂ ਨੂੰ ਵੇਖਾਂਗੇ, ਦੂਜਿਆਂ ਦੇ ਅੰਦਰ ਵੇਖਾਂਗੇ। ਤੇ ਜਦ ਇਹ ਚੀਜ਼ ਦੀ ਸਮਝ ਆ ਗਈ ਕਿ ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ, ਤਾਂ ਸਾਡਾ ਬਿਹੇਵੀਅਰ ਚੇਂਜ ਹੋਏਗਾ, ਸਾਡਾ ਵਿਹਾਰ ਚੇਂਜ ਹੋਏਗਾ। ਹਰ ਇੱਕ ਦੇ ਨਾਲ ਬੰਦਾ ਰੱਬ ਵਰਗਾ ਪਿਆਰ ਸਤਿਕਾਰ ਕਰੇਗਾ। ਫਿਰ ਇਹਨੂੰ ਵੱਖਰਾ ਜਿਹੜਾ ਉਤਲਾ ਬੈਠਾ ਰੱਬ ਹੈ, ਉਹਨੂੰ ਖੋਜਣ ਦੀ ਲੋੜ ਨਹੀਂ ਪਵੇਗੀ। ਗੁਰਮੁਖ ਵੈਰ ਵਿਰੋਧ ਗਵਾਵੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਸਿੱਧ ਜਨੋ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਵੈਰ ਵਿਰੋਧ ਮੁਕਾ ਦਿੰਦਾ ਹੈ, ਵੈਰ ਵਿਰੋਧ ਨੂੰ ਭੁਲਾ ਦਿੰਦਾ ਹੈ। ਉਹਦੀ ਜ਼ਿੰਦਗੀ ਵਿੱਚ ਜੈਲਸੀ ਨਹੀਂ ਹੈ। ਇਹ ਸੰਸਾਰ ਕਿੰਨਾ ਸੁਹਾਵਣਾ ਬਣ ਸਕਦਾ ਹੈ ਜੇ ਬੰਦਾ ਆਪਣੇ ਵੈਰ ਵਿਰੋਧਾਂ ਨੂੰ ਗਵਾ ਦੇਵੇ। ਹੁਣ ਜਦੋਂ ਅਸੀਂ ਵੈਰ ਵਿਰੋਧ ਵੱਲ ਦੇਖਦੇ ਹਾਂ, ਫਸਟ ਵਰਲਡ ਵਾਰ ਹੈ, ਸੈਕੰਡ ਵਰਲਡ ਵਾਰ ਹੈ, ਤੇ ਜੇ ਹੁਣ ਥਰਡ ਵਰਲਡ ਵਾਰ 22 ਦੀ ਵੇ ਹੋ ਜਾਂਦਾ ਤੇ ਬਾਕੀ ਕੁਝ ਬਚੇਗਾ? ਕੁਝ ਵੀ ਨਹੀਂ ਬਚੇਗਾ। ਵੈਰ ਵਿਰੋਧ ਕਿੱਥੋਂ ਤੱਕ ਬੰਦੇ ਦਾ ਪਹੁੰਚ ਗਿਆ ਹੈ, ਇਹ ਸਾਡੇ ਬਣਾਏ ਹੋਏ ਐਟਮੀ ਹਥਿਆਰਾਂ ਨੂੰ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਦੁਨੀਆ ਵਿੱਚ ਇੰਨੇ ਕੁ ਹਥਿਆਰ ਨੇ ਕਿ ਇਸ ਦੁਨੀਆ ਨੂੰ 70 ਵਾਰੀ ਖਤਮ ਕੀਤਾ ਜਾ ਸਕਦਾ ਹੈ। ਤਾਂ ਇਹ ਵੈਰ ਵਿਰੋਧ, ਈਰਖਾ, ਦਵੇਸ਼ ਕਿਵੇਂ ਮਨੁੱਖੀ ਜ਼ਿੰਦਗੀ ਦੇ ਵਿੱਚ ਫੈਲੀ ਹੋਈ ਹੈ। ਆਮ ਬੰਦੇ ਦੇ ਵਿੱਚ ਹੋਵੇ ਤੇ ਸਮਝ ਆਉਂਦੀ ਹੈ ਕਿ ਬੰਦੇ ਅਗਿਆਨੀ ਨੇ, ਪਰ ਪ੍ਰੋਬਲਮ ਇਹ ਹੈ ਕਿ ਜੋ ਧਾਰਮਿਕ ਦੁਨੀਆ ਵਿੱਚ ਵਿਚਰਨ ਵਾਲੇ ਲੋਕ ਨੇ, ਧਰਮੀ ਅਖਵਾਨ ਵਾਲੇ, ਉਹਨਾਂ ਦੇ ਜੀਵਨ ਵਿੱਚ ਵੈਰ ਵਿਰੋਧ, ਉਹਨਾਂ ਦੇ ਜੀਵਨ ਵਿੱਚ ਈਰਖਾ ਦਵੇਸ਼, ਤਾਂ ਅਸਲ ਦੇ ਅੰਦਰ ਗੁਰੂ ਜੀ ਸਾਨੂੰ ਐਸੀ ਜ਼ਿੰਦਗੀ ਦੇਣਾ ਚਾਹੁੰਦੇ ਨੇ, ਐਸਾ ਸਮਾਜ ਜਿੱਥੇ ਵੈਰ ਵਿਰੋਧ ਨਾ ਹੋਵੇ, ਜਿੱਥੇ ਈਰਖਾ ਦਵੇਸ਼ ਨਾ ਹੋਵੇ। ਤਾਂ ਗੁਰਮੁਖ ਜਿਹੜਾ ਹੈ, ਉਹ ਆਪਣੇ ਹਿਰਦੇ ਚੋਂ ਵੈਰ ਵਿਰੋਧ ਗਵਾ ਦਿੰਦਾ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜੇ ਸਾਡੀ ਆਪਸ ਦੇ ਅੰਦਰ ਕਿਤੇ ਅਣਬਣ ਹੋ ਵੀ ਜਾਂਦੀ ਹੈ ਨਾ, ਤਾਂ ਇਹ ਗੱਲ ਥੋੜੀ ਜਿਹੀ ਔਖੀ ਹੈ, ਮੁਸ਼ਕਲ ਹੈ ਸਮਝਣ ਵਿੱਚ ਵੀ ਔਰ ਕਰਨ ਵਿੱਚ ਵੀ। ਅਸੀਂ ਕਈ ਵਾਰ ਇੱਕ ਦੂਜੇ ਨਾਲ ਮਿਲ ਵਰਤਨ ਸ਼ੁਰੂ ਕਰ ਦਿੰਦੇ ਹਾਂ, ਲੇਕਿਨ ਉਹ ਗੱਲ ਸਾਨੂੰ ਭੁੱਲਦੀ ਨਹੀਂ, ਉਹ ਫਿਰ ਵਿੱਚ ਆਉਂਦੀ ਹੀ ਆਉਂਦੀ ਹੈ। ਲੇਕਿਨ ਜੋ ਗੁਰਮੁਖ ਬੰਦਾ ਹੈ ਨਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ, ਉਸ ਗੱਲ ਨੂੰ ਬਿਲਕੁਲ ਹੀ ਡਿਲੀਟ ਕਰ ਦਿੰਦਾ ਹੈ। ਕਿਉਂਕਿ ਜਦੋਂ ਤੱਕ ਤੁਸੀਂ ਉਸ ਗੱਲ ਨੂੰ, ਗੰਢ ਨੂੰ ਗਵਾਓਗੇ ਨਹੀਂ, ਮਨ ਵਿੱਚ ਗੰਢ ਰੱਖੋਗੇ, ਤਾਂ ਮਿਲਵਰਤਨ ਤਾਲਮੇਲ ਠੀਕ ਬੈਠੇਗਾ ਨਹੀਂ। ਇਸ ਲਈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ ਆਪਣੇ ਵੈਰ ਵਿਰੋਧ ਨੂੰ ਬਿਲਕੁਲ ਗਵਾ ਦਿੰਦਾ ਹੈ।
ਜੇ ਅਸੀਂ ਗੁਰੂ ਜੀ ਦੇ ਇਸ ਪੁਆਇੰਟ ਨੂੰ ਨੋਟ ਕਰੀਏ ਤਾਂ ਸਾਡੇ ਜਿਹੜੇ ਵਿਗੜੇ ਹੋਏ ਕਾਰਜ ਨੇ, ਰਿਸ਼ਤੇ ਜਿਹੜੇ ਟੁੱਟੇ ਭੱਜੇ ਨੇ, ਉਹ ਬਿਲਕੁਲ ਰਾਸ ਆ ਸਕਦੇ ਨੇ ਜੇ ਆਪਣੇ ਮਨਾਂ ਦੇ ਵਿੱਚੋਂ ਗੰਢਾਂ ਗਵਾ ਦਈਏ। ਚਾਹੇ ਉਹ ਸਾਡੇ ਮਾਂ-ਬਾਪ ਨਾਲ ਨੇ, ਭੈਣਾਂ ਭਰਾਵਾਂ ਨਾਲ ਨੇ, ਰਿਸ਼ਤੇਦਾਰਾਂ ਦੇ ਨਾਲ ਨੇ, ਕਿਸੇ ਦੇ ਨਾਲ ਜੇ ਅਣਬਣ ਹੋਈ ਤੇ ਉਹਨੂੰ ਅਸੀਂ ਗਵਾ ਸਕਦੇ ਹਾਂ। ਇੱਥੇ ਇੱਕ ਸ਼ੇਰ ਹੈ ਬੜਾ ਵਧੀਆ, ਇਕਬਾਲ ਦਾ ਹੈ ਮੇਰੇ ਖਿਆਲ ਦੇ ਅੰਦਰ। ਉਹ ਕਹਿੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਕੁਛ ਐਵੇਂ ਆਸਾਨ ਕਰ ਲਿਆ, ਕਿਸੇ ਤੋਂ ਮੁਆਫੀ ਮੰਗ ਲਈ ਔਰ ਕਿਸੇ ਨੂੰ ਮੁਆਫ ਕਰ ਦਿੱਤਾ। ਐਵੇਂ ਦਾ ਉਹਦਾ ਕੁਛ ਭਾਵ ਹੈ ਕਿ ਜਿੱਥੇ ਮੇਰੇ ਤੋਂ ਗਲਤੀ ਹੋਈ ਮੈਂ ਮੁਆਫੀ ਮੰਗ ਲਈ, ਜਿੱਥੇ ਕਿਸੇ ਨੇ ਗਲਤੀ ਕੀਤੀ ਉਹਨੂੰ ਮੁਆਫ ਕਰਤਾ, ਮੇਰੇ ਰਿਸ਼ਤੇ ਨਾਤੇ ਸਾਫ਼ ਹੋ ਗਏ, ਮੇਰੀ ਜ਼ਿੰਦਗੀ ਸੌਖੀ ਹੋ ਗਈ। ਅਗਲਾ ਬਚਨ ਕਰਦੇ ਨੇ ਗੁਰੂ ਜੀ, ਗੁਰਮੁਖ ਸਗਲੀ ਗਣਤ ਮਿਟਾਵੇ। ਗਣਤ ਦਾ ਮਤਲਬ ਲੇਖਾ ਜੋਖਾ। ਜਿਹੜਾ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਨਾ, ਉਹ ਵੈਰ ਵਿਰੋਧ ਦਾ ਸਾਰਾ ਲੇਖਾ ਜੋਖਾ ਹੀ ਮਿਟਾ ਦਿੰਦਾ ਹੈ। ਉਹ ਕਦੇ ਫਿਰ ਸੋਚਦਾ ਨਹੀਂ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ। ਅਸੀਂ ਉਹਨਾਂ ਚੀਜ਼ਾਂ ਨੂੰ ਮਿਟਾ ਕੇ ਹੀ ਅੱਗੇ ਚੱਲ ਸਕਦੇ ਹਾਂ। ਤਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ, ਉਹ ਸਾਰੀ ਆਪਣੀ ਜ਼ਿੰਦਗੀ ਚੋਂ ਈਰਖਾ ਦਵੇਸ਼ ਦੇ ਲੇਖੇ ਜੋਖੇ ਨੂੰ ਖਤਮ ਕਰ ਦਿੰਦਾ ਹੈ। ਉੱਥੇ ਉਹਦੀ ਜਗ੍ਹਾ ਤੇ ਪ੍ਰੇਮ ਹੁੰਦਾ ਹੈ, ਕਿਉਂਕਿ ਜਿੱਥੇ ਪ੍ਰੇਮ ਹੋਏਗਾ ਉੱਥੇ ਈਰਖਾ ਨਹੀਂ ਹੋਏਗੀ। ਇਸ ਲਈ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਇਸ ਲੇਖੇ ਜੋਖੇ ਨੂੰ ਮਿਟਾਉਣ ਦੀ ਟਰਾਈ ਕਰਨੀ ਹੈ ਕਿ ਫਲਾਂ ਬੰਦੇ ਨੇ ਮੈਨੂੰ ਇਹ ਕਿਹਾ ਸੀ, ਉਹਨੇ ਇਹ ਕਿਹਾ ਸੀ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਆਪਣੇ ਹਿਰਦੇ ਵਿੱਚ ਵਸਾਈ ਰੱਖਾਂਗੇ ਤਾਂ ਸਾਨੂੰ ਇੱਕ ਪਲ ਦੀ ਵੀ ਸ਼ਾਂਤੀ ਨਹੀਂ ਆਏਗੀ। ਇਸ ਲਈ ਇਹਨਾਂ ਚੀਜ਼ਾਂ ਨੂੰ ਭੁਲਾ ਕੇ ਆਪਣੇ ਮਨ ਦੇ ਅੰਦਰ ਸ਼ੁਭ ਗੁਣਾਂ ਨੂੰ ਵਸਾਉਣ ਦੀ ਟਰਾਈ ਕਰਨੀ ਹੈ। ਗੁਰਮੁਖ ਰਾਮ ਨਾਮ ਰੰਗ ਰਾਤਾ। ਨਾਮ ਦਾ ਮਤਲਬ ਹੁਕਮ, ਰੰਗ ਦਾ ਮਤਲਬ ਪ੍ਰੇਮ, ਗੁਰਮੁਖ ਦਾ ਮਤਲਬ ਗੁਰੂ ਅਨੁਸਾਰੀ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਰਿਹਾ ਹੈ। ਉਹ ਪ੍ਰਭੂ ਦੇ ਹੁਕਮ ਦੇ ਅੰਦਰ ਆਪਣੇ ਆਪ ਨੂੰ ਰੰਗੀ ਰੱਖਦਾ ਹੈ। ਉਹ ਰੱਬੀ ਰਜ਼ਾ ਦੇ ਅੰਦਰ ਚੱਲਦਾ ਹੈ, ਰੱਬੀ ਰਜ਼ਾ ਦੇ ਨਾਲ ਉਹ ਪਿਆਰ ਕਰਦਾ ਹੈ। ਉਹਦੀ ਸੋਚ ਇਸ ਚੀਜ਼ ਦੇ ਨਾਲ ਲਬਰੇਜ਼ ਹੁੰਦੀ ਹੈ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਕੁਝ ਵੀ ਹੈ ਰੱਬੀ ਹੁਕਮ ਦੇ ਅੰਦਰ ਹੈ, ਲਾ ਆਫ ਨੇਚਰ ਦੇ ਅੰਦਰ ਹੈ, ਸਿਸਟਮ ਦੇ ਵਿੱਚ ਹੈ। ਉਹ ਇਹਨਾਂ ਚੀਜ਼ਾਂ ਦੇ ਨਾਲ ਰੰਗਿਆ ਹੁੰਦਾ ਹੈ। ਉਹਦੇ ਹਿਰਦੇ ਵਿੱਚ ਰੱਬੀ ਗੁਣਾਂ ਦੀ ਪ੍ਰੀਤ ਹੁੰਦੀ ਹੈ ਔਰ ਉਹ ਰੱਬੀ ਹੁਕਮ ਦੇ ਅੰਦਰ ਆਪਣੀ ਜ਼ਿੰਦਗੀ ਜੀਂਦਾ ਹੈ। ਨਾਨਕ ਗੁਰਮੁਖ ਖਸਮ ਪਛਾਤਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹਨੇ ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਅਸਲ ਦੇ ਅੰਦਰ ਪਛਾਣ ਲਿਆ ਹੈ। ਉਹਨੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹਨੇ ਖਸਮ ਨੂੰ ਪਛਾਣ ਲਿਆ ਹੈ ਕਿ ਹਰ ਹਿਰਦੇ ਦੇ ਵਿੱਚ ਹੈ। ਉਹ ਇਨਸਾਨਾਂ ਦੇ ਰੂਪ ਵਿੱਚ ਰੱਬ ਨੂੰ ਪਛਾਣਦਾ ਹੈ। ਅਸੀਂ ਰੱਬ ਨੂੰ ਵੇਖਦੇ ਤਾਂ ਹਾਂ, ਪਰ ਸਾਨੂੰ ਪਛਾਣ ਨਹੀਂ ਹੁੰਦਾ। ਮੈਂ ਪਿੱਛੇ ਕਹਾਣੀ ਸੁਣਾਈ ਸੀ, ਮੈਂ ਕਹਾਣੀ ਦੁਬਾਰਾ ਨਹੀਂ ਸੁਣਾਵਾਂਗਾ ਕਿਉਂਕਿ ਆਪ ਨੇ ਸੁਣੀ ਹੋਈ ਹੈ। ਅਸੀਂ ਰੱਬ ਨੂੰ ਵੇਖਦੇ ਤੇ ਹੈ, ਪਰ ਅਸੀਂ ਪਛਾਣਦੇ ਨਹੀਂ। ਹੁਣ ਰੱਬ ਦੀ ਪਛਾਣ ਗੁਰੂ ਜੀ ਸਾਨੂੰ ਕਿਵੇਂ ਕਰਾ ਰਹੇ ਨੇ? ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਨਹੀਂ ਆਇਆ। ਕਿ ਜੋ ਆ ਵਿਸ਼ਵ ਸੰਸਾਰ ਤੁਸੀਂ ਵੇਖ ਰਹੇ ਹੋ ਸਮੁੱਚਤਾ, ਇਹ ਰੱਬ ਦਾ ਹੀ ਰੂਪ ਹੈ। ਪਰ ਹੁਣ ਅਸੀਂ ਇਸ ਰੂਪ ਵਿੱਚ ਨੂੰ ਪਛਾਣਦੇ ਨਹੀਂ। ਅਸੀਂ ਕਹਿੰਦੇ ਨਹੀਂ ਉਹ ਤੇ ਸੱਚਖੰਡ ਵਿੱਚ ਬੈਠਾ ਹੈ, ਵੱਖਰਾ ਹੈ। ਸਾਡੀ ਪ੍ਰੋਬਲਮ ਹੈ ਨਾ। ਗੁਰੂ ਜੀ ਸਾਨੂੰ ਪਛਾਣ ਕਰਾ ਰਹੇ ਨੇ, ਜੀਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਕਿ ਜਿੰਨੀਆਂ ਵੀ ਇਸਤਰੀਆਂ ਪੁਰਸ਼ ਨੇ, ਰੱਬਾ ਇਹ ਤੇਰਾ ਰੂਪ ਨੇ। ਪਰ ਅਸੀਂ ਕਹਿੰਦੇ ਹਾਂ ਨਾ, ਇਹ ਤੇ ਸਾਡੇ ਦੁਸ਼ਮਣ ਨੇ, ਰੱਬ ਤੇ ਉੱਤੇ ਬੈਠਾ ਹੈ। ਹੁਣ ਜੇ ਅਸੀਂ ਇਸਤਰੀ ਪੁਰਸ਼ ਇੱਕ ਦੂਜੇ ਨੂੰ ਰੱਬ ਦੇ ਰੂਪ ਵਿੱਚ ਪਛਾਣੀਏ, ਰੱਬ ਦੇ ਰੂਪ ਵਿੱਚ ਵਰਤੀ, ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਜਾਣਗੀਆਂ। ਕੋਈ ਪ੍ਰੋਬਲਮ ਜੀਵਨ ਵਿੱਚ ਰਹੇਗੀ ਨਹੀਂ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ, ਉਹਨੇ ਪ੍ਰਭੂ ਨੂੰ ਪਛਾਣ ਲਿਆ ਹੈ, ਹਰ ਹਿਰਦੇ ਦੇ ਅੰਦਰ ਵਸਦਿਆਂ ਹੋਇਆ ਉਹ ਵੇਖਦਾ ਹੈ। ਬਿਨ ਗੁਰ ਭਰਮੈ ਆਵੇ ਜਾਏ। ਬਿਨ ਗੁਰ ਦੇ ਉੱਤੇ ਥੋੜਾ ਜਿਹਾ ਰੁਕਣਾ ਹੈ, ਭਰਮੈ ਤੇ ਰੁਕਣਾ ਹੈ, ਫਿਰ ਆਵੇ ਜਾਏ ਪੜਨਾ ਹੈ। ਬਿਨ ਗੁਰ ਭਰਮੈ ਆਵੇ ਜਾਏ। ਭਰਮੈ ਦਾ ਮਤਲਬ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ। ਆਵੇ ਜਾਏ ਦਾ ਮਤਲਬ ਆਉਂਦਾ ਹੈ ਔਰ ਚਲਾ ਜਾਂਦਾ ਹੈ, ਯਾਨੀ ਜੰਮਦਾ ਹੈ ਤੇ ਮਰ ਜਾਂਦਾ ਹੈ। ਸਾਰਾ ਜੀਵਨ, ਜਨਮ ਤੋਂ ਲੈ ਕੇ ਮਰਨ ਤੱਕ, ਆਉਣ ਤੋਂ ਲੈ ਕੇ ਜਾਣ ਤੱਕ। ਭਰਮੈ ਦਾ ਮਤਲਬ ਭਟਕਦਾ ਹੈ। ਬਿਨ ਗੁਰ, ਗੁਰੂ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਤੋਂ ਬਿਨਾ ਬੰਦਾ ਸਾਰੀ ਜ਼ਿੰਦਗੀ ਹੀ ਭਟਕਦਾ ਰਹਿੰਦਾ ਹੈ। ਹੁਣ ਭਟਕਣ ਦਾ ਮਤਲਬ ਕੀ ਹੈ?
ਕਿ ਉਹਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੈ, ਏਮਲੈਸ ਜ਼ਿੰਦਗੀ ਹੈ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਸਾਡਾ ਗੋਲ ਕੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸਾਡਾ ਗੋਲ ਕੀ ਹੈ? ਕੋਈ ਵੀ ਨਾ। ਜਿਵੇਂ ਮੈਂ ਨਿੱਕੀਆਂ ਨਿੱਕੀਆਂ ਬੇਨਤੀਆਂ ਕੀਤੀਆਂ ਸੀ ਕਿ ਅਸੀਂ ਕੀ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਬਿਨਾਂ ਚਸ਼ਮੇ ਤੋਂ ਕਿੰਨੀ ਉਮਰ ਤੱਕ ਵੇਖ ਸਕਣ। ਜਿਨ੍ਹਾਂ ਨੂੰ ਸਾਨੂੰ ਚਸ਼ਮੇ ਲੱਗ ਗਏ ਨੇ ਉੱਤੇ ਲੱਗ ਗਏ ਨੇ, ਪਰ ਜਿਹੜੇ ਨੌਜਵਾਨ ਬੱਚੇ ਨੇ, ਕੀ ਚਾਹੁੰਦੇ ਹੋ ਤੁਸੀਂ ਵੀ ਤੁਹਾਡੀਆਂ ਅੱਖਾਂ ਬਿਨਾਂ ਚਸ਼ਮੇ ਤੋਂ ਕਿੰਨੇ ਚਿਰ ਵੇਖਣ? ਜਦੋਂ ਪੁੱਛਾਂਗੇ ਤੇ ਅਸੀਂ ਕਹਿ ਦਿਆਂਗੇ ਅਸੀਂ ਤੇ ਸਾਰੀ ਉਮਰ ਚਾਹੁੰਦੇ ਹਾਂ, ਪਰ ਆਪਣਾ ਗੋਲ ਤੇ ਨਹੀਂ ਨਾ ਬਣਾਇਆ ਕਿਸੇ ਨੇ, ਲਿਖਤੀ ਗੋਲ ਤੇ ਨਹੀਂ ਹੈ। ਤੇ ਜੇ ਗੋਲ ਬਣਾਇਆ ਹੋਵੇ ਤਾਂ ਸਾਰੀ ਜ਼ਿੰਦਗੀ ਬਿਨਾਂ ਚਸ਼ਮੇ ਤੁਸੀਂ ਵੇਖ ਸਕਦੇ ਹਾਂ। ਅੱਖਾਂ ਦੀ ਸੰਭਾਲ ਕਰੀਏ, ਜਿਹੜੀਆਂ ਅੱਖਾਂ ਵਾਸਤੇ ਸੁਰੱਖਿਅਤ ਚੀਜ਼ਾਂ ਨੇ ਉਹੋ ਜਿਹੀ ਖੁਰਾਕ ਖਾਈਏ ਤਾਂ ਹੋ ਸਕਦਾ ਹੈ, ਪਰ ਬੰਦੇ ਦਾ ਗੋਲ ਨਹੀਂ। ਮੇਰੀ ਮੈਂਟੈਲਿਟੀ ਕੈਸੀ ਹੋਵੇ, ਮੇਰਾ ਕੋਈ ਗੋਲ ਹੀ ਨਹੀਂ ਹੈ। ਬੌਧਿਕ ਵਿਕਾਸ ਕੈਸਾ ਹੋਵੇ, ਗੋਲ ਹੀ ਨਹੀਂ ਹੈ। ਇਹਨੂੰ ਕਹਿੰਦੇ ਨੇ ਭਰਮੈ। ਬਿਨ ਗੁਰ ਭਰਮੈ ਆਵੇ ਜਾਏ। ਬਿਨਾਂ ਗੁਰੂ ਦੇ ਗਿਆਨ ਤੋਂ ਬੰਦਾ ਜਗਤ ਵਿੱਚ ਆਉਂਦਾ ਹੈ, ਮਰ ਜਾਂਦਾ ਹੈ, ਚਲਾ ਜਾਂਦਾ ਹੈ, ਔਰ ਸਾਰੀ ਜ਼ਿੰਦਗੀ ਹੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਸਾਰੀ ਜ਼ਿੰਦਗੀ ਹੀ ਵਹਿਮ ਭਰੇ ਕਰਮ ਕਰੀ ਜਾਂਦਾ ਹੈ, ਏਮਲੈਸ ਜ਼ਿੰਦਗੀ ਗੁਜ਼ਾਰਦਾ ਹੈ, ਅਗਿਆਨਤਾ ਭਰੇ ਕਰਮ ਕਰੀ ਜਾਂਦਾ ਹੈ। ਬਿਨ ਗੁਰ ਘਾਲ ਨਾ ਪਵਈ ਥਾਏ। ਜਿਹੜੀ ਅਸੀਂ ਘਾਲ ਦਾ ਮਤਲਬ ਅਸੀਂ ਕਮਾਈ ਕਰਦੇ ਹਾਂ, ਮਿਹਨਤ ਕਰਦੇ ਹਾਂ। ਚਾਹੇ ਮੈਂ ਹੁਣ ਬੋਲ ਰਿਹਾ ਹਾਂ ਤਾਂ ਇਹ ਬੋਲਣਾ ਇੱਕ ਘਾਲ ਹੀ ਹੈ ਨਾ, ਬੋਲਣ ਵਾਸਤੇ ਘਾਲ। ਕੋਈ ਹੱਥਾਂ ਦੇ ਨਾਲ ਕੰਮ ਕਰਨਾ ਹੈ, ਕੋਈ ਪੜ੍ਹ ਰਿਹਾ ਹੈ, ਕੋਈ ਦੁਕਾਨ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ, ਇਹ ਘਾਲ ਕਮਾਈ ਹੈ ਸਾਡੀ। ਅਸੀਂ ਵੇਖ ਰਹੇ ਹਾਂ, ਅਸੀਂ ਕੁਛ ਕਰ ਰਹੇ ਹਾਂ, ਚੱਲ ਰਹੇ ਹਾਂ, ਇਹ ਘਾਲ ਹੈ। ਅਸੀਂ ਕਮਾਈ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਪਰ ਇਹ ਮਿਹਨਤ ਥਾਏ ਨਹੀਂ ਪੈਂਦੀ, ਸਫਲ ਨਹੀਂ ਹੁੰਦੀ। ਇਹ ਚੀਜ਼ ਸਮਝਣ ਵਾਲੀ ਹੈ। ਮਿਹਨਤ ਅਸੀਂ ਕਿਉਂ ਕਰ ਰਹੇ ਹਾਂ? ਮਿਹਨਤ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸੁੱਖ ਆਏ। ਚਾਹੇ ਅਸੀਂ ਘਰ ਬਣਾਇਆ ਤਾਂ ਇਸ ਕਰਕੇ ਥੋੜੀ ਬਣਾਇਆ ਕਿ ਇੱਥੇ ਅਸੀਂ ਕਲਪਾਂਗੇ ਸਾਰਾ ਟੱਬਰ, ਇੱਕ ਦੂਜੇ ਦਾ ਸਿਰ ਪਾੜਾਂਗੇ, ਇਸ ਲਈ ਨਹੀਂ ਬਣਾਇਆ। ਇਸ ਲਈ ਬਣਾਇਆ ਹੈ ਕਿ ਘਰ ਦੇ ਅੰਦਰ ਆਰਾਮ ਔਰ ਚੈਨ ਦੇ ਨਾਲ ਰਹਾਂਗੇ। ਵਿਆਹ ਕਿਉਂ ਕਰਾਇਆ? ਕਿ ਪਤੀ ਪਤਨੀ ਸ਼ਾਂਤੀ ਦੇ ਨਾਲ ਰਹਾਂਗੇ। ਵਿਆਹ ਤੋਂ ਪਹਿਲਾਂ ਸੁਪਨੇ ਸਜਾਏ ਹੁੰਦੇ ਨੇ ਲੋਕਾਂ ਨੇ ਆਪਣੇ ਆਪਣੇ। ਬੱਚੇ ਕਿਉਂ ਜਨਮ ਦਿੱਤਾ ਬੱਚਿਆਂ ਨੂੰ? ਕਿਉਂਕਿ ਆਉਣ ਵਾਲੀ ਜ਼ਿੰਦਗੀ ਸੁਖੀ ਹੋਏਗੀ, ਵਪਾਰ ਕਰ ਰਹੇ ਹਾਂ, ਸੁਖ ਹੋਏਗਾ। ਪਰ ਇਹਨਾਂ ਸਾਰਿਆਂ ਦਾ ਰਿਜ਼ਲਟ ਕੀ ਨਿਕਲਿਆ ਹੈ? ਘਰ ਤੇ ਬਣ ਗਿਆ ਪਰ ਘਰ ਦੇ ਵਿੱਚ ਕਲੇਸ਼ ਹੈ। ਪੜ੍ਹਾਈ ਤੇ ਕਰ ਲਈਏ ਲੇਕਿਨ ਪੜ੍ਹਾਈ ਤੋਂ ਬਾਅਦ ਵੀ ਮਤਲਬ ਕੱਲ ਕਲੇਸ਼ ਹੈ, ਤਾਂ ਘਾਲ ਥਾਏ ਨਾ ਪਈ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਤੋਂ ਬਿਨਾ ਜਿਹੜੀ ਅਸੀਂ ਮਿਹਨਤ ਕਰਦੇ ਹਾਂ ਉਹਦਾ ਸਹੀ ਨਤੀਜਾ ਨਹੀਂ ਨਿਕਲਦਾ। ਜੇ ਗਿਆਨ ਨਹੀਂ ਹੈ ਤਾਂ ਗਿਆਨ ਤੋਂ ਬਿਨਾ ਮਿਹਨਤ ਕਰੀ ਜਾਵਾਂਗੇ, ਪੁੱਠੇ ਪਾਸੇ ਕਰੀ ਜਾਵਾਂਗੇ। ਹੁਣ ਈਰਖਾ, ਦਵੇਸ਼, ਵੈਰ ਵਿਰੋਧ ਵਿੱਚ ਅਸੀਂ ਜ਼ਿੰਦਗੀ ਗੁਜ਼ਾਰ ਰਹੇ ਹਾਂ। ਮਿਹਨਤ ਤਾਂ ਕਰ ਰਹੇ ਹਾਂ ਪਰ ਸਾਡੀ ਮਿਹਨਤ ਰੰਗ ਨਹੀਂ ਲਿਆ ਰਹੀ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਪੈਦਾ ਹੋਣ, ਇਨਸਾਨ ਦੇ ਅੰਦਰ ਇਨਸਾਨੀਅਤ ਪੈਦਾ ਹੋਵੇ, ਇਹਦੇ ਅੰਦਰ ਜ਼ਮੀਰ ਜਿੰਦਾ ਹੋਵੇ, ਇਹਦੇ ਅੰਦਰ ਵਿਗਾਸਤਾ ਆਏ, ਇਹਦੇ ਅੰਦਰ ਚੜ੍ਹਦੀ ਕਲਾ ਆਏ। ਐਸਾ ਤੇ ਕੁਝ ਵੀ ਨਹੀਂ ਹੋ ਰਿਹਾ। ਉਹਦਾ ਰੀਜ਼ਨ ਹੈ ਕਿ ਗਿਆਨ ਤੋਂ ਬਿਨਾ ਮਿਹਨਤ ਕਰ ਰਹੇ ਹਾਂ, ਗੁਰੂ ਦੇ ਗਿਆਨ ਤੋਂ ਬਿਨਾ, ਸੱਚੇ ਗਿਆਨ ਤੋਂ ਬਿਨਾ। ਤੇ ਜਿਸੋਂ ਅਸੀਂ ਗੁਰਮਤ ਆਸ਼ੇ ਅਨੁਸਾਰ ਮਿਹਨਤ ਕਰਾਂਗੇ, ਦੁਕਾਨ ਉਹੀ ਹੋਏਗੀ, ਟਾਈਮ ਉਹਨਾਂ ਚਿਰ ਹੀ ਬਹਿਣਾ, ਲੇਕਿਨ ਇਮਾਨਦਾਰੀ ਨਾਲ ਕਰਾਂਗੇ। ਘਰ ਸਾਡਾ ਉਹੀ ਹੋਏਗਾ, ਰਿਸ਼ਤੇ ਉਹੀ ਹੋਣਗੇ, ਪਰ ਅਸੀਂ ਗੁਰੂ ਗਿਆਨ ਮੁਤਾਬਕ ਪ੍ਰੇਮ ਦੇ ਨਾਲ ਨਿਭਾਵਾਂਗੇ। ਅੱਖਾਂ ਇਹੀ ਹੋਣਗੀਆਂ ਪਰ ਨਜ਼ਰੀਆ ਬਦਲ ਜਾਏਗਾ। ਸਾਡੀ ਜ਼ਿੰਦਗੀ ਅੰਦਰ ਸੁਖ ਆ ਜਾਏਗਾ, ਸ਼ਾਂਤੀ ਆ ਜਾਏਗੀ, ਆਨੰਦ ਪੈਦਾ ਹੋ ਜਾਏਗਾ। ਇਸ ਲਈ ਇਹ ਸਿੱਧ ਪੁਰਸ਼ੋ, ਗੁਰੂ ਦੇ ਗਿਆਨ ਤੋਂ ਬਿਨਾਂ ਘਾਲ ਥਾਏ ਨਹੀਂ ਪੈਂਦੀ। ਹੁਣ ਸਿੱਧ ਜੰਗਲਾਂ ਵਿੱਚ ਤੁਰੇ ਤੇ ਫਿਰ ਰਹੇ ਨੇ, ਜਿਨ੍ਹਾਂ ਨਾਲ ਵਿਚਾਰ ਹੋ ਰਹੀ ਹੈ, ਤੁਰੇ ਤੇ ਫਿਰਦੇ ਨੇ ਪਿਓ। ਉਹਨਾਂ ਨੇ ਮੁੰਦਰਾਂ ਵੀ ਪਾਈਆਂ ਨੇ, ਜਟਾਵਾਂ ਵੀ ਵਧਾਈਆਂ ਨੇ, ਸਿਰ ਵਿੱਚ ਰਾਖ ਵੀ ਪਾਈ ਹੈ, ਸਮਾਧੀਆਂ ਵੀ ਲੰਬੀਆਂ ਲਗਾ ਰਹੇ ਨੇ, ਲੰਬੀਆਂ ਲੰਬੀਆਂ ਸਮਾਧੀਆਂ ਲਾ ਰਹੇ ਨੇ, ਪਰ ਘਾਲ ਥਾਏ ਨਹੀਂ ਨਾ ਪੈ ਰਹੀ। ਤੇ ਜੇ ਉਹਨਾਂ ਦੀਆਂ ਏਡੀਆਂ ਵੱਡੀਆਂ ਸਮਾਧੀਆਂ ਥਾਏ ਨਹੀਂ ਪਈਆਂ ਗਿਆਨ ਤੋਂ ਬਿਨਾਂ, ਤੇ ਸਾਡੀਆਂ ਸਵੇਰ ਦੀਆਂ 15-15 ਮਿੰਟ ਦੀਆਂ ਸਮਾਧੀਆਂ ਕਿੰਨਾ ਕੁ ਥਾਏ ਪੈ ਜਾਣਗੀਆਂ। ਜ਼ਰੂਰਤ ਹੈ ਗਿਆਨ ਨੂੰ ਸਹੀ ਯੂਜ਼ ਕਰਨ ਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾ ਮਿਹਨਤ ਜਿਹੜੀ ਹੈ ਉਹ ਥਾਏ ਨਹੀਂ ਪੈਂਦੀ, ਸਫਲ ਨਹੀਂ ਹੁੰਦੀ। ਬਿਨ ਗੁਰ ਮਨੁਆ ਅਤ ਡੋਲਾਏ। ਡੋਲਾਏ ਦਾ ਮਤਲਬ ਡੋਲਦਾ ਹੈ। ਮਨੁਆ ਦਾ ਮਤਲਬ ਅਲਪਾਰਥਕ ਨਾਮ ਹੈ ਮਨ। ਤਾਂ ਗੁਰੂ ਦੇ ਗਿਆਨ ਤੋਂ ਬਿਨਾ ਇਹ ਚੰਚਲ ਮਨ ਜਿਹੜਾ ਹੈ ਨਾ, ਡੋਲਦਾ ਰਹਿੰਦਾ ਹੈ। ਚੰਚਲ ਮਨ ਜਿਹੜਾ ਹੈ ਸੰਸਿਆਂ ਦੇ ਅੰਦਰ ਪਿਆ ਰਹਿੰਦਾ ਹੈ।
ਹੁਣ ਦੇਖੋ ਮਨ ਸਾਡਾ ਡੋਲ ਜਾਂਦਾ ਹੈ, ਡੋਲਣਾ ਚਾਹੀਦਾ ਤਾਂ ਨਹੀਂ, ਸਾਨੂੰ ਚਾਹੀਦਾ ਅਸੀਂ ਸੱਚ ਬੋਲੀਏ, ਲੇਕਿਨ ਅਸੀਂ ਕੀ ਹੈ ਕਿ ਛੋਟੇ ਜਿਹੇ ਲਾਲਚ ਪਿੱਛੇ ਝੂਠ ਬੋਲ ਦਿੰਦੇ ਹਾਂ, ਛੋਟੇ ਜਿਹੇ ਲਾਲਚ ਪਿੱਛੇ ਅਸੀਂ ਕਿਸੇ ਦਾ ਹੱਕ ਖਾ ਜਾਂਦੇ ਹਾਂ, ਛੋਟੀਆਂ ਛੋਟੀਆਂ ਮੂਰਖਤਾ ਕਰਕੇ ਅਸੀਂ ਕਿਸੇ ਦੀ ਚੁਗਲੀ ਕਰਕੇ ਕਿਸੇ ਦਾ ਘਰ ਤਬਾਹ ਕਰ ਦਿੰਦੇ ਹਾਂ, ਛੋਟੇ ਛੋਟੇ ਧਿਆਨ ਨਾ ਰੱਖਣ ਕਰਕੇ ਅਸੀਂ ਵਿਕਾਰਾਂ ਦੇ ਗਰਤ ਦੇ ਅੰਦਰ ਨਿਕਲ ਜਾਂਦੇ ਹਾਂ, ਡਿੱਗ ਜਾਂਦੇ ਹਾਂ। ਕਿੰਨੇ ਬੰਦੇ ਵੱਡੇ ਵੱਡੇ ਪਾਪ ਕਰਮ ਕਰ ਬੈਂਦੇ ਨੇ, ਮਨਵਾ ਡੋਲਦਾ ਨਾ, ਆਪਣੇ ਏਮ ਤੇ ਟਿਕਦਾ ਨਹੀਂ, ਸੱਚ ਤੇ ਟਿਕਦਾ ਨਹੀਂ। ਕਾਸ਼ ਮਨੁੱਖ ਦਾ ਮਨ ਸੱਚ ਤੇ ਟਿਕ ਜਾਏ, ਇਹ ਸਚਿਆਰ ਹੋ ਜਾਏ ਕਿ ਮੈਂ ਮਨ ਬਚਨ ਔਰ ਕਰਮ ਕਰਕੇ ਸੱਚੀ ਜ਼ਿੰਦਗੀ ਜੀਣੀ ਹੈ। ਰਾਜਨੀਤਿਕ ਹੈ ਚਾਹੇ ਧਾਰਮਿਕ ਆਰਥਿਕ ਕੋਈ ਵੀ ਸਾਡੇ ਜੀਵਨ ਦਾ ਪੱਖ ਹੈ, ਮੈਂ ਸੱਚ ਨੂੰ ਅਪਣਾਉਣਾ ਹੈ, ਮਨ ਇੱਥੇ ਟਿਕ ਜਾਏ। ਪਰ ਮਨ ਟਿਕਦਾ ਨਹੀਂ ਨਾ, ਕਿਉਂ ਨਹੀਂ ਟਿਕਦਾ? ਕਿਉਂਕਿ ਗੁਰੂ ਦੇ ਗਿਆਨ ਤੋਂ ਬਿਨਾਂ, ਜਦੋਂ ਤੱਕ ਸੱਚਾ ਗਿਆਨ ਨਹੀਂ ਹੈ, ਜਦੋਂ ਤੱਕ ਸੱਚੀ ਨੌਲੇਜ ਨਹੀਂ ਹੈ, ਕਾਮਨ ਸੈਂਸ ਨਹੀਂ ਹੈ, ਵਿਵੇਕ ਬੁੱਧ ਨਹੀਂ ਹੈ, ਉਦੋਂ ਤੱਕ ਮਨ ਟਿਕੇਗਾ ਨਹੀਂ। ਕਿਉਂਕਿ ਸਾਨੂੰ ਜ਼ਿੰਦਗੀ ਦੇ ਰਿਜ਼ਲਟ ਦਾ ਨਹੀਂ ਪਤਾ ਨਾ, ਕਿ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ ਦਾ ਰਿਜ਼ਲਟ ਕੀ ਨਿਕਲੇਗਾ, ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਹਾਲ ਹੋਏਗਾ। ਇਸ ਲਈ ਗੁਰੂ ਦੇ ਗਿਆਨ ਤੋਂ ਬਿਨਾਂ ਮਨ ਜਿਹੜਾ ਹੈ ਵਿਕਾਰਾਂ ਵੱਲ ਡੋਲਦਾ ਹੈ, ਆਪਣੇ ਏਮ ਤੋਂ ਦੂਰ ਚਲਾ ਜਾਂਦਾ ਹੈ, ਔਰ ਇਹ ਸਾਰੀ ਜ਼ਿੰਦਗੀ ਦੁੱਖ ਪਾਉਂਦਾ ਰਹਿੰਦਾ ਹੈ। ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਦੋ ਵਿਸ਼ਰਾਮ ਲਗਾਵਾਂਗੇ। ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਸਤਿਗੁਰ ਤੋਂ ਬਿਨਾ ਜ਼ਹਿਰ ਖਾ ਖਾ ਕੇ ਇਹ ਕਦੇ ਰੱਜਦਾ ਨਹੀਂ। ਬਿਖ ਦਾ ਮਤਲਬ ਜ਼ਹਿਰ, ਤੇ ਜ਼ਹਿਰ ਦਾ ਮਤਲਬ ਹੈ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਚੁਗਲੀ ਨਿੰਦਾ ਝੂਠ ਫਰੇਬ, ਇਹ ਵਿਕਾਰ ਕਮਾ ਕਮਾ ਕੇ ਕਦੇ ਬੰਦਾ ਰੱਜਿਆ? ਜੇ ਬੰਦਾ ਰੱਜ ਜਾਂਦਾ ਨਾ ਝੂਠ ਬੋਲ ਬੋਲ ਕੇ, ਤੇ ਝੂਠ ਛੱਡ ਦਿੰਦਾ, ਈਰਖਾ ਕਰ ਕਰਕੇ ਰੱਜ ਜਾਂਦਾ ਤਾਂ ਛੱਡ ਦਿੰਦਾ, ਵੈਰ ਕਮਾ ਕਮਾ ਕੇ ਰੱਜ ਜਾਂਦਾ ਤਾਂ ਸਾਡੇ ਦੇਸ਼ਾਂ ਦੇ ਝਗੜੇ ਖਤਮ ਹੋ ਜਾਂਦੇ ਸੀਮਾਵਾਂ ਦੇ। ਪਰ ਨਹੀਂ ਨਾ ਰੱਜਿਆ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਸੱਚੇ ਗਿਆਨ ਤੋਂ ਬਿਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਬਿਨਾ ਬੰਦਾ ਵਿਕਾਰ ਕਮਾ ਕਮਾ ਕੇ ਰੱਜਦਾ ਨਹੀਂ, ਇਹਨੂੰ ਤ੍ਰਿਪਤੀ ਨਹੀਂ ਆਉਂਦੀ, ਇਹਦੇ ਜੀਵਨ ਵਿੱਚ ਸੈਟਿਸਫੈਕਸ਼ਨ ਨਹੀਂ ਹੁੰਦਾ, ਇਹ ਖੁਸ਼ ਨਹੀਂ ਹੁੰਦਾ, ਇਹਦੇ ਜੀਵਨ ਵਿੱਚ ਪ੍ਰਸੰਨਤਾ ਨਹੀਂ ਆਉਂਦੀ। ਔਰ ਜਿੰਨੇ ਮਰਜ਼ੀ ਕਰਮ ਕਰੀ ਜਾਓ, ਜੀਵਨ ਦੇ ਅੰਦਰ ਤ੍ਰਿਪਤੀ ਨਹੀਂ ਆਏਗੀ। ਬਿਨ ਗੁਰ ਬਿਸੀਅਰ ਡਸੈ ਮਰਵਾਟ, ਬਿਸੀਅਰ ਦਾ ਮਤਲਬ ਹੈ ਸੱਪ, ਮਰਵਾਟ ਦਾ ਮਤਲਬ ਰਾਸਤੇ ਦੇ ਵਿੱਚ ਹੀ ਬੰਦਾ ਅੱਧ ਵਿੱਚ ਹੀ ਮਰ ਜਾਂਦਾ ਹੈ। ਵਾਟ ਦਾ ਮਤਲਬ ਰਾਸਤੇ ਵਿੱਚ, ਮੰਜ਼ਿਲ ਤੇ ਨਹੀਂ ਪਹੁੰਚਦਾ, ਵਿਚਕਾਰ ਹੀ ਮਰ ਗਿਆ। ਹੁਣ ਸੱਪ ਲੜ ਜਾਏ, ਜੇ ਕਿਸੇ ਨੇ ਜਾਣਾ ਹੋਵੇ ਇੱਕ ਪਿੰਡ ਤੋਂ ਦੂਜੇ ਪਿੰਡ, ਔਰ ਰਾਸਤੇ ਦੇ ਵਿੱਚ ਉਹਨੂੰ ਵੱਢ ਜਾਏ ਸੱਪ, ਤੇ ਜ਼ਹਿਰ ਦੇ ਨਾਲ ਬੰਦਾ ਮਰ ਜਾਏਗਾ, ਨਾ ਉਧਰ ਨਾ ਉਧਰ, ਮਰ ਗਿਆ ਵਿੱਚ ਹੀ। ਹੁਣ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾ ਇਹਨੂੰ ਮੋਹ ਦਾ, ਵਿਕਾਰਾਂ ਦਾ ਸੱਪ ਡੰਗ ਜਾਂਦਾ ਹੈ, ਤੇ ਮੋਹ ਔਰ ਵਿਕਾਰਾਂ ਦੇ ਸੱਪ ਦੇ ਜ਼ਹਿਰ ਕਰਕੇ ਇਹ ਆਤਮਿਕ ਮੌਤੇ ਮਰ ਜਾਂਦਾ ਹੈ, ਮੰਜ਼ਿਲ ਤੇ ਨਹੀਂ ਪਹੁੰਚਦਾ। ਆਪਾਂ ਇਹ ਚੀਜ਼ਾਂ ਰੋਜ਼ ਵਿਚਾਰ ਰਹੇ ਹਾਂ ਕਿ ਬੰਦਾ ਜਿਹੜਾ ਹੈ ਉਹ ਮਰ ਚੁੱਕਾ ਹੈ, ਬਹੁ ਗਿਣਤੀ ਵਿੱਚ। ਇਨਸਾਨੀਅਤ ਦਾ ਮਰ ਜਾਣਾ ਹੀ ਬੰਦੇ ਦਾ ਮਰ ਜਾਣਾ ਹੈ। ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਨਾ, ਅਸਲ 'ਚ ਬੰਦਾ ਉਦੋਂ ਮਰ ਜਾਂਦਾ, ਬਾਕੀ ਤੇ ਕਲਾਸ਼ ਰਹਿ ਜਾਂਦੀ ਹੈ। ਇਹ ਸੰਸਕਾਰ ਵਗੈਰਾ ਇਹ ਤੇ ਨਾਮ ਦੀਆਂ ਚੀਜ਼ਾਂ ਨੇ। ਬੰਦਾ ਮਰ ਤੇ ਉਦੋਂ ਹੀ ਜਾਂਦਾ ਜਦੋਂ ਸੱਚ ਦੇ ਨਾਲੋਂ ਟੁੱਟ ਜਾਂਦਾ ਹੈ, ਜਦੋਂ ਉਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ ਹੈ, ਜ਼ਮੀਰ ਖਤਮ ਹੋ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾ ਇਹਨੂੰ ਵਿਕਾਰਾਂ ਦੇ ਸੱਪ ਡੰਗਦੇ ਨੇ, ਔਰ ਵਿਕਾਰਾਂ ਦੇ ਸੱਪਾਂ ਦੇ ਜ਼ਹਿਰ ਦੇ ਨਾਲ ਇਹ ਆਤਮਿਕ ਮੌਤ ਸਹਿੜ ਲੈਂਦਾ ਹੈ, ਇਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਇਹਦੀ ਜ਼ਮੀਰ ਮਰ ਜਾਂਦੀ ਹੈ। ਇਸ ਲਈ ਇਹ ਸਿੱਧ ਪੁਰਸ਼ੋ, ਤੁਹਾਨੂੰ ਇਹ ਜੋ ਤੁਸੀਂ ਕਰ ਰਹੇ ਹੋ ਇਹ ਕਰਮ ਕਰਨ ਦੀ ਜ਼ਰੂਰਤ ਨਹੀਂ ਹੈ, ਜ਼ਰੂਰਤ ਹੈ ਗੁਰੂ ਦੇ ਸੱਚੇ ਗਿਆਨ ਦੀ। ਹੁਣ ਦੇਖੋ ਗੁਰੂ ਸਾਹਿਬ ਉਹਨਾਂ ਸਿੱਧ ਪੁਰਸ਼ਾਂ ਨੂੰ ਸਮਝਾ ਰਹੇ ਨੇ ਜਿਨ੍ਹਾਂ ਦੀ ਲੋਕ ਪੂਜਾ ਕਰਦੇ ਸਨ, ਜੋ ਆਪਣੇ ਆਪ ਨੂੰ ਪੁੱਗੇ ਹੋਏ ਯੋਗੀ ਮੰਨ ਰਹੇ ਸਨ, ਔਰ ਯੋਗ ਸਾਧਨਾ ਵਿੱਚ ਉਹ ਪੁੱਗੇ ਹੋਏ ਵੀ ਸਨ, ਲੋਕ ਉਹਨਾਂ ਨੂੰ ਕਰਾਮਾਤੀ ਵੀ ਮੰਨਦੇ ਸਨ। ਤਾਂ ਗੁਰੂ ਜੀ ਉਹਨਾਂ ਨੂੰ ਕਹਿ ਰਹੇ ਨੇ ਕਿ ਗੁਰੂ ਦੇ ਸੱਚੇ ਗਿਆਨ ਤੋਂ ਬਿਨਾ ਬੰਦੇ ਨੂੰ ਸੰਸਾਰ ਦਾ ਮੋਹ ਹੰਕਾਰ ਡੰਗ ਲੈਂਦੇ ਨੇ, ਆਤਮਿਕ ਮੌਤ ਹੋ ਜਾਂਦੀ ਹੈ। ਤੇ ਅੱਜ ਦੇ ਜੋ ਸਾਡੇ ਬਾਬੇ ਨੇ ਉਹਨਾਂ ਵਿੱਚ ਕਿੰਨਾ ਕੁ ਫਰਕ ਹੈ? ਬਹੁਤਾ ਫਰਕ ਨਹੀਂ, ਪਹਿਨਾਵੇ ਦਾ ਫਰਕ ਹੀ ਹੈ ਨਾ।
ਇਸ ਲਈ ਇਹ ਚੀਜ਼ਾਂ ਸਾਰਿਆਂ ਵਾਸਤੇ ਨੇ। ਜਿਹੜਾ ਵੀ ਬੰਦਾ ਗੁਰੂ ਦੇ ਗਿਆਨ ਤੋਂ ਉਲਟ ਜਾਏਗਾ ਜਾਂ ਜਿਸ ਕੋਲ ਸੱਚਾ ਗਿਆਨ ਨਹੀਂ ਹੈ, ਉਹ ਵਿਕਾਰਾਂ ਦੇ ਨਾਲ ਡੰਗਿਆ ਜਾਏਗਾ, ਉਹਦੀ ਆਤਮਿਕ ਮੌਤ ਹੋ ਜਾਏਗੀ। ਨਾਨਕ ਗੁਰ ਬਿਨ ਘਾਟੇ ਘਾਟ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸਿੱਧ ਪੁਰਸ਼ੋ, ਗੁਰੂ ਦੇ ਗਿਆਨ ਤੋਂ ਬਿਨਾਂ ਘਾਟਾ ਹੀ ਘਾਟਾ ਹੈ ਜ਼ਿੰਦਗੀ 'ਚ। ਗੁਰੂ ਦੇ ਗਿਆਨ ਤੋਂ ਬਿਨਾਂ ਲਾਭ ਨਹੀਂ ਹੈ। ਹੁਣ ਕੋਈ ਵਪਾਰ ਬੰਦਾ ਕਰੇ, ਪੈਸਾ ਲਾਵੇ, ਔਰ ਉਸ ਵਪਾਰ ਦੇ ਅੰਦਰ ਪੈ ਜਾਏ ਘਾਟਾ, ਤਾਂ ਬੰਦਾ ਦੇਖੋ ਕਰਜ਼ਾਈ ਹੋ ਜਾਂਦਾ ਨਾ। ਸਾਰੀ ਜ਼ਿੰਦਗੀ ਕਿੰਨੀਆਂ ਪਰੇਸ਼ਾਨੀਆਂ ਹੁੰਦੀਆਂ ਨੇ, ਘਾਟਾ ਪੈ ਜਾਏ। ਇਸ ਲਈ ਬੰਦਾ ਲਾਭ ਚਾਹੁੰਦਾ ਹੈ। ਘਾਟੇ ਦੇ ਵਿੱਚ ਜਿਹੜੀ ਪੂੰਜੀ ਵੀ ਜਾਂਦੀ ਰਹਿੰਦੀ ਹੈ, ਤੇ ਜਿਹੜੇ ਲਾਭ ਦਾ ਹੁਣ ਕੀਤਾ ਹੁੰਦਾ, ਅੰਦਾਜ਼ਾ ਲਾਇਆ ਹੁੰਦਾ, ਉਹ ਵੀ ਜਾਂਦਾ ਰਹਿੰਦਾ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਗਿਆਨ ਤੋਂ ਬਿਨਾਂ ਜ਼ਿੰਦਗੀ ਵਿੱਚ ਘਾਟਾ ਹੀ ਘਾਟਾ ਹੈ, ਆਤਮਿਕ ਘਾਟਾ ਹੈ। ਜੇ ਸ਼ੁਭ ਗੁਣ ਨਹੀਂ, ਗੁਰੂ ਦਾ ਸੱਚਾ ਗਿਆਨ ਨਹੀਂ, ਤਾਂ ਘਾਟਾ ਹੀ ਘਾਟਾ ਹੈ ਨਾ, ਘਾਟਾ ਹੀ ਘਾਟਾ ਹੈ। ਦੇਖੋ ਕਿਵੇਂ ਹੈ ਘਾਟਾ। ਅਸੀਂ ਹੁਣ ਤੀਰਥਾਂ ਤੇ ਨਹਾਉਂਦੇ ਫਿਰਦੇ ਹਾਂ, ਤੇ ਜੇ ਅਸੀਂ ਗੁਰੂ ਗਿਆਨ ਦੇ ਨਾਲ ਜੁੜੇ ਹੋਈਏ, ਗੁਰੂ ਗਿਆਨ ਮੁਤਾਬਕ ਚੰਗੇ ਕਰਮ ਕਰੀਏ, ਆਪਣਾ ਵਿਕਾਸ ਕਰੀਏ, ਜਿਹੜੀ ਅੰਦਰ ਦੀ ਮੈਂਟੈਲਿਟੀ ਹੈ ਉਹਨੂੰ ਧੋਈਏ, ਤਾਂ ਸਾਨੂੰ ਲਾਭ ਹੋ ਸਕਦਾ ਨਾ। ਲੇਕਿਨ ਲੋਕ ਕੇਵਲ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਹੀ ਸਮਝ ਲੈਂਦੇ ਨੇ ਧਰਮ। ਵਰਤਨ ਰਾਤੇ ਸਰਾਧ, ਇਹਨਾਂ ਕੰਮਾਂ ਵਿੱਚ ਘਾਟਾ ਹੀ ਹੈ ਨਾ। ਸਰਾਧ ਜਦੋਂ ਅਸੀਂ ਕਰਦੇ ਹਾਂ ਤੇ 2, 4, 5, 10 ਹਜ਼ਾਰ ਦਾ ਨੁਕਸਾਨ ਹੀ ਕਰਨੇ ਆ। ਉਹਦਾ ਲਾਭ ਕੀ ਹੈ? ਲਾਭ ਤੇ ਇਹ ਸੀ ਕਿ ਜਿਉਂਦੇ ਮਾਂ-ਬਾਪ ਦੀ ਸੇਵਾ ਕਰਦੇ, ਜਿਉਂਦੇ ਮਾਂ-ਬਾਪ ਦੀਆਂ ਲੋੜਾਂ ਪੂਰੀਆਂ ਕਰਦੇ, ਜਿਉਂਦੇ ਬਜ਼ੁਰਗਾਂ ਦੀਆਂ ਲੋੜਾਂ ਪੂਰੀਆਂ ਕਰਦੇ। ਮੈਂ ਜਿੱਥੇ ਵੀ ਜਾਣਾ, ਇਹ ਨੌਜਵਾਨਾਂ ਨੂੰ ਬੇਨਤੀ ਜ਼ਰੂਰ ਕਰਨਾ ਕਿ ਨੌਜਵਾਨ ਬੱਚਿਓ, ਆਪਣੇ ਮਾਂ-ਬਾਪ ਦੀ ਸੇਵਾ ਜ਼ਰੂਰ ਕਰੋ। ਕੋਈ ਐਸਾ ਕਰਮ ਨਾ ਕਰੋ ਕਿ ਤੁਹਾਡੇ ਕਿਸੇ ਮਾੜੇ ਕਰਮ ਕਰਕੇ ਤੁਹਾਡੇ ਮਾਂ-ਬਾਪ ਦੀਆਂ ਅੱਖਾਂ 'ਚ ਹੰਝੂ ਆ ਜਾਣ। ਉਹਨਾਂ ਨੂੰ ਰੋਣ ਵਾਸਤੇ ਮਜਬੂਰ ਨਾ ਕਰਿਓ। ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਜ਼ਰੂਰੀ ਲੋੜਾਂ ਨੇ, ਸਮੇਂ ਸਿਰ ਪੂਰੀਆਂ ਕਰੋ। ਆਪਣੇ ਬਜ਼ੁਰਗ ਮਾਪਿਆਂ ਦੇ ਕੋਲ ਸਮਾਂ ਕੱਢ ਕੇ ਬੈਠੋ, ਉਹਨਾਂ ਦੀ ਸਲਾਹ ਲਓ। ਉਹਨਾਂ ਦੇ ਕੋਲ ਤਜਰਬਾ ਹੈ, ਉਹਨਾਂ ਦੇ ਤਜਰਬੇ ਦਾ ਲਾਭ ਉਠਾਓ, ਆਪਣਾ ਗਿਆਨ ਉਹਨਾਂ ਨੂੰ ਦਿਓ। ਤੇ ਮਰਨ ਤੋਂ ਬਾਅਦ ਸਰਾਧ ਬੇਸ਼ੱਕ ਨਾ ਕਰਾਇਆ ਜੇ, ਉਹਦਾ ਕੋਈ ਲਾਭ ਨਹੀਂ ਹੈ। ਲੇਕਿਨ ਲੋਕ ਘਾਟੇ ਵਾਲੇ ਕੰਮ ਕਰ ਰਹੇ ਨੇ, ਲਾਭ ਵਾਲੇ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਆਤਮਿਕ ਜੀਵਨ ਦੇ ਅੰਦਰ ਘਾਟਾ ਹੀ ਘਾਟਾ ਹੈ। ਜਿਸ ਗੁਰ ਮਿਲੇ ਤਿਸ ਪਾਰ ਉਤਾਰੇ। ਗੁਰੂ ਜੀ ਕਹਿੰਦੇ ਨੇ, ਜਿਸ ਨੂੰ ਗੁਰੂ ਮਿਲ ਜਾਂਦਾ ਹੈ, ਗੁਰੂ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਕਿਉਂਕਿ ਗੁਰੂ ਨੇ ਗਿਆਨ ਦੀ ਦਾਤ ਦੇਣੀ ਹੈ, ਗਿਆਨ ਦਾ ਰਾਸਤਾ ਦੱਸਣਾ ਹੈ, ਤੇ ਸਿੱਖ ਨੇ ਉਸ ਰਾਸਤੇ ਤੇ ਚੱਲਣਾ ਹੈ। ਇਸ ਲਈ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਬਾਰ-ਬਾਰ ਪਾਵਨ ਬਾਣੀ ਦੇ ਅੰਦਰ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿ ਗੁਰਸਿੱਖ ਮਿੱਤਰੋ, ਗੁਰੂ ਦੇ ਦੱਸੇ ਰਾਹ ਤੇ ਤੁਰੋ। ਗੁਰੂ ਦੇ ਦੱਸੇ ਰਾਹ ਤੇ ਤੁਰੋਗੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੋਗੇ, ਵਿਕਾਰਾਂ ਵਿੱਚ ਨਹੀਂ ਫਸੋਗੇ, ਈਰਖਾ ਦਵੇਸ਼ ਤੋਂ ਨਿਕਲ ਜਾਓਗੇ, ਤੁਹਾਡਾ ਜੀਵਨ ਸੁਖਾਲਾ ਹੋ ਜਾਏਗਾ, ਪਰਿਵਾਰ ਤੁਹਾਡਾ ਸਵਰਗ ਹੋ ਜਾਏਗਾ। ਇਸ ਲਈ ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਸੱਚਾ ਗਿਆਨ ਦਿੰਦਾ ਹੈ, ਉਸ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਪਾਰ ਉਤਾਰਾ ਹੋਵੇ ਵਿਕਾਰਾਂ ਤੋਂ, ਦੁੱਖਾਂ ਤੋਂ, ਚਿੰਤਾਵਾਂ ਤੋਂ, ਕਲੇਸ਼ਾਂ ਤੋਂ, ਤਾਂ ਸਾਡੇ ਵਾਸਤੇ ਇੱਕ ਹੀ ਰਾਸਤਾ ਹੈ ਕਿ ਅਸੀਂ ਗੁਰੂ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਆਪ ਵਿਚਾਰੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਅਵਗਣ ਮੇਟੈ ਗੁਣ ਨਿਸਤਾਰੇ। ਇੱਥੇ ਦੇਖੋ, ਗੁਣ ਦੇ ਨਾਣੇ ਨਾਲ ਸਿਹਾਰੀ। ਜੇ ਗੁਣ ਦੇ ਨਾਣੇ ਥੱਲੇ ਔਂਕੜ ਹੁੰਦਾ, ਫਿਰ ਹੋਣੀ ਸੀ ਇੱਕ ਗੁਣ ਦੀ ਗੱਲ। ਜੇ ਗੁਣ ਦਾ ਨਾਣਾ ਮੁਕਤਾ ਹੁੰਦਾ, ਫਿਰ ਹੋਣੀ ਸੀ ਬਹੁਤੇ ਗੁਣਾਂ ਦੀ ਗੱਲ। ਇੱਥੇ ਹੁਣ ਗੁਣ ਦੇ ਨਾਣੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਗੁਣਾਂ ਦੇ ਰਾਹੀਂ, ਗੁਣਾਂ ਦੇ ਜ਼ਰੀਏ। ਹੁਣ ਗੁਰੂ ਕਿਵੇਂ ਪਾਰ ਉਤਾਰਾ ਕਰਦਾ ਹੈ, ਇਸ ਪੰਕਤੀ ਵਿੱਚ ਦੱਸ ਰਹੇ ਨੇ ਗੁਰੂ ਕਿਵੇਂ ਪਾਰ ਉਤਾਰਾ ਕਰਦਾ ਹੈ। ਅਵਗਣ ਮਿਟੈ, ਉਹ ਸਾਡੇ ਅਵਗੁਣਾਂ ਨੂੰ ਮਿਟਾ ਦਿੰਦਾ ਹੈ। ਗੁਣ ਨਿਸਤਾਰੇ, ਤੇ ਸਾਨੂੰ ਗੁਣਾਂ ਦੀ ਦਾਤ ਦਿੰਦਾ ਹੈ, ਤੇ ਗੁਣਾਂ ਦੇ ਜ਼ਰੀਏ ਸਾਨੂੰ ਪਾਰ ਕਰਦਾ ਹੈ। ਦੇਖੋ, ਪਾਰ ਉਤਰਨ ਦਾ ਸਾਧਨ ਮਿਲ ਗਿਆ ਨਾ। ਗੁਰੂ ਨੇ ਸਾਡੇ ਅਵਗੁਣਾਂ ਨੂੰ ਮਿਟਾਣਾ ਹੈ, ਗੁਣਾਂ ਦੀ ਦਾਤ ਦੇਣੀ ਹੈ, ਔਰ ਗੁਣਾਂ ਦੇ ਰਾਹੀਂ ਸਾਡਾ ਪਾਰ ਉਤਾਰਾ ਹੋਣਾ ਹੈ। ਇਹ ਆਪਾਂ ਵਿਚਾਰ ਕਿੰਨੀ ਵਾਰ ਪਹਿਲਾਂ ਕਰ ਚੁੱਕੇ ਹਾਂ ਕਿ ਸਾਨੂੰ ਅਵਗੁਣ ਮਿਟਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ। ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸੱਚ ਬੋਲਾਂਗੇ ਤਾਂ ਝੂਠ ਆਟੋਮੈਟਿਕਲੀ ਖਤਮ ਹੋ ਜਾਏਗਾ।
ਅਸੀਂ ਪ੍ਰੇਮ ਨਾਲ ਰਹਾਂਗੇ ਤਾਂ ਈਰਖਾ ਜੈਲਸੀ ਆਟੋਮੈਟਿਕਲੀ ਮੁੱਕ ਜਾਏਗੀ। ਅਸੀਂ ਨਿਮਰਤਾ ਦੇ ਨਾਲ ਜ਼ਿੰਦਗੀ ਜੀਵਾਂਗੇ, ਈਗੋ ਆਪੇ ਮਿਟ ਜਾਏਗੀ। ਇਸ ਲਈ ਗੁਰੂ ਸਾਨੂੰ ਗੁਣਾਂ ਦੀ ਦਾਤ ਦਿੰਦਾ ਹੈ, ਗੁਣਾਂ ਦੁਆਰਾ ਸਾਡਾ ਪਾਰ ਉਤਾਰਾ ਕਰਦਾ ਹੈ ਔਰ ਸਾਡੇ ਅਵਗੁਣਾਂ ਨੂੰ ਮਿਟਾ ਦਿੰਦਾ ਹੈ। ਮੁਕਤ ਮਹਾਸੁਖ ਗੁਰ ਸ਼ਬਦ ਵਿਚਾਰ, ਸਤਿਗੁਰ ਦਾ ਸ਼ਬਦ ਵਿਚਾਰ ਕੇ ਉਹਨੂੰ ਮਹਾਨ ਸੁਖ ਮਿਲਦਾ ਹੈ, ਮੁਕਤੀ ਦਾ, ਆਜ਼ਾਦੀ ਦਾ। ਵਿਚਾਰ ਦਾ ਮਤਲਬ ਵਿਚਾਰ ਕੇ, ਗੁਰੂ ਸ਼ਬਦ ਦੀ ਜੋ ਵਿਚਾਰ ਕਰਦਾ ਹੈ ਨਾ, ਗੁਰੂ ਗਿਆਨ ਦੀ ਵਿਚਾਰ ਕਰਦਾ ਹੈ ਔਰ ਗੁਰੂ ਗਿਆਨ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾ ਲੈਂਦਾ ਹੈ, ਤਾਂ ਉਹਨੂੰ ਮੁਕਤੀ ਮਿਲਦੀ ਹੈ ਔਰ ਮਹਾਨ ਸੁਖ ਮਿਲਦਾ ਹੈ। ਮੁਕਤੀ ਦਾ ਮਤਲਬ ਵਿਕਾਰਾਂ ਤੋਂ ਖੁਲਾਸੀ ਹੋ ਗਈ, ਤੇ ਜਦੋਂ ਵਿਕਾਰਾਂ ਤੋਂ ਖੁਲਾਸੀ ਹੋ ਗਈ, ਮਨ ਬਚਨ ਕਰਕੇ ਬੰਦਾ ਗੁਣਾਂ ਦਾ ਧਾਰਨੀ ਹੋ ਗਿਆ, ਤਾਂ ਉਹਨੂੰ ਮਹਾਨ ਸੁਖ ਮਿਲੇਗਾ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ। ਦੇਖੋ ਸੁਖ ਪਾਉਣ ਦਾ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ, ਕਿੰਨਾ ਸੌਖਾ ਸਾਧਨ। ਮੁਕਤ ਮਹਾਸੁਖ ਗੁਰ ਸ਼ਬਦ ਵਿਚਾਰੇ, ਗੁਰ ਸ਼ਬਦ ਵਿਚਾਰ, ਗੁਰੂ ਸ਼ਬਦ ਨੂੰ ਵਿਚਾਰ ਕੇ ਮਹਾਨ ਸੁਖ ਮਿਲਦਾ ਹੈ ਔਰ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਹੁਣ ਇਸ ਤੋਂ ਸੌਖਾ ਸਾਧਨ ਕੀ ਹੋ ਸਕਦਾ ਹੈ ਸੁਖਾਂ ਦਾ ਔਰ ਮੁਕਤੀ ਦਾ? ਮੁਕਤੀ ਵਾਸਤੇ ਸਮਾਧੀਆਂ ਲਾਉਣ ਦੀ ਲੋੜ ਥੋੜੀ ਹੈ, ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਹੈ, ਪਹਾੜਾਂ ਤੇ ਚੜਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਧਿਆਨ ਸਾਧਨਾਵਾਂ ਕਰਨ ਦੀ ਲੋੜ ਨਹੀਂ। ਗੁਰੂ ਸ਼ਬਦ ਨੂੰ ਵਿਚਾਰ ਕੇ ਗੁਰ ਸ਼ਬਦ ਮੁਤਾਬਕ ਜ਼ਿੰਦਗੀ ਜੀਣੀ ਹੈ। ਗੁਰਮੁਖ ਕਦੇ ਨਾ ਆਵੇ ਹਾਰ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਨਾ, ਉਹ ਜ਼ਿੰਦਗੀ ਦੇ ਅੰਦਰ ਕਦੇ ਹਾਰਦਾ ਨਹੀਂ, ਵਿਕਾਰਾਂ ਅੱਗੇ ਹਾਰਦਾ ਨਹੀਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਉਹਨਾਂ ਨੂੰ ਹਰਾਉਣ ਦਾ ਯਤਨ ਕੀਤਾ ਗਿਆ ਨਾ, ਪਰ ਉਹਨਾਂ ਨੂੰ ਕੋਈ ਹਰਾ ਸਕਿਆ? ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਹਮੇਸ਼ਾ ਜਿੱਤਦਾ ਹੈ, ਜਿੱਤ ਉਹਦੀ ਹੁੰਦੀ ਹੈ। ਉਹ ਵਿਕਾਰਾਂ ਅੱਗੇ ਗੋਟੇ ਨਹੀਂ ਟੇਕਦਾ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅੱਗੇ ਹਾਰਦਾ ਨਹੀਂ, ਸਗੋਂ ਇਹਨਾਂ ਨੂੰ ਹਰਾਉਂਦਾ ਹੈ ਔਰ ਜਿੱਤ ਹਾਸਲ ਕਰਦਾ ਹੈ। ਆਪਣੇ ਮਨ ਨੂੰ ਜਿੱਤਦਾ ਹੈ, ਆਪਣੇ ਮਨ ਦੀਆਂ ਮਾੜੀਆਂ ਵਾਸ਼ਨਾਵਾਂ ਨੂੰ ਜਿੱਤਦਾ ਹੈ। ਤਨ ਹੱਟੜੀ, ਇਹ ਮਨ ਵਣਜਾਰਾ। ਹੱਟੜੀ ਦਾ ਮਤਲਬ ਸੋਹਣੀ ਹੱਟੀ। ਇਹ ਤਨ ਜਿਹੜਾ ਹੈ ਇੱਕ ਦੁਕਾਨ ਹੈ, ਇਹ ਮਨ ਵਣਜਾਰਾ, ਤੇ ਮਨ ਇਹਦੇ ਅੰਦਰ ਵਣਜਾਰਾ ਹੈ, ਵਪਾਰ ਕਰਨ ਵਾਲਾ ਹੈ। ਮਨ ਨੇ ਵਪਾਰ ਕਰਨਾ ਹੈ, ਤੇ ਵਪਾਰ ਦੇਖੋ ਦੋ ਤਰ੍ਹਾਂ ਦਾ ਹੈ, ਇੱਕ ਤੇ ਘਾਟੇ ਵਾਲਾ ਹੈ ਔਰ ਇੱਕ ਵਪਾਰ ਹੈ ਲਾਭ ਵਾਲਾ। ਇਹ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਕਿਸੇ ਨੇ ਦੁਕਾਨ 2 ਨੰਬਰ ਦੀ ਕਰਨੀ ਹੈ ਜਾਂ ਸੱਚੀ ਇਮਾਨਦਾਰੀ ਵਾਲੀ ਕਰਨੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਤਨ ਮਾਨੋ ਇੱਕ ਬਹੁਤ ਸੁੰਦਰ ਦੁਕਾਨ ਹੈ, ਨਾਨਕ ਸਹਿਜੇ ਸੱਚ ਵਾਪਾਰਾ। ਸਹਿਜ ਅਵਸਥਾ ਵਿੱਚ ਜੁੜ ਕੇ, ਆਤਮਕ ਅਡੋਲਤਾ ਦੇ ਅੰਦਰ ਜੁੜ ਕੇ ਬੰਦਾ ਸੱਚ ਦਾ ਵਪਾਰ ਕਰਦਾ ਹੈ। ਜੋ ਗੁਰਮੁਖ ਹੈ ਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਉਹ ਇਸ ਤਨ ਨੂੰ ਦੁਕਾਨ ਬਣਾਉਂਦਾ ਹੈ ਔਰ ਆਤਮਕ ਅਡੋਲਤਾ ਵਿੱਚ ਟਿਕ ਕੇ ਸੱਚ ਦਾ ਵਪਾਰ ਕਰਦਾ ਹੈ। ਯਾਨੀ ਮਨ, ਬਚਨ ਔਰ ਕਰਮ ਕਰਕੇ ਉਹ ਸੱਚ ਦਾ ਧਾਰਨੀ ਹੁੰਦਾ ਹੈ। ਤਾਂ ਦੇਖੋ ਕਿੰਨਾ ਸੌਖਾ ਕੰਮ ਸਾਨੂੰ ਦੱਸਦੇ ਨੇ ਕਿ ਅਸੀਂ ਵਪਾਰ ਕਰਨਾ ਹੈ ਸੱਚ ਦਾ, ਝੂਠ ਫਰੇਬ ਅਸਾਂ ਤਿਆਗਣਾ ਹੈ, ਮਨ, ਬਚਨ, ਕਰਮ ਕਰਕੇ ਸੱਚਾ ਹੋਣਾ ਹੈ। ਤਾਂ ਇਹ ਸਿੱਧ ਪੁਰਸ਼ੋ, ਜੋਗੀ ਜਨੋ, ਤੁਹਾਨੂੰ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਜਟਾਵਾਂ ਵਧਾਉਣ ਦੀ ਲੋੜ ਨਹੀਂ, ਕੰਨ ਪੜਵਾਉਣ ਦੀ ਲੋੜ ਨਹੀਂ, ਭੋਰਿਆਂ ਵਿੱਚ ਨਾ ਵੜੇ ਰਹੋ, ਗੁਫਾਵਾਂ ਵਿੱਚ ਨਾ ਵੜੇ ਰਹੋ, ਪਰਬਤਾਂ ਤੇ ਚੜ ਕੇ, ਜੰਗਲਾਂ ਵਿੱਚ ਵਿਚਰ ਕੇ ਕਿਉਂ ਤੁਸੀਂ ਦੁੱਖ ਸਹਾਰਦੇ ਫਿਰਦੇ ਹੋ? ਸਗੋਂ ਇਸ ਤਨ ਨੂੰ ਦੁਕਾਨ ਬਣਾਓ, ਮਨ ਨੂੰ ਵਣਜਾਰਾ ਬਣਾਓ ਔਰ ਸੱਚ ਦਾ ਵਪਾਰ ਕਰੋ। ਸੌਖਾ ਕੰਮ ਹੈ। ਕਿ ਸਚਿਆਰਾ ਹੋਈ ਹੈ, ਸਚਿਆਰ ਹੋਣਾ ਹੈ, ਤੇ ਉਹਦੇ ਵਾਸਤੇ ਇੱਕੋ ਹੀ ਨਿਯਮ ਹੈ, ਹੁਕਮ ਰਜ਼ਾਈ ਚੱਲਣਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਸਿੱਧ ਪੁਰਸ਼ੋ, ਜੋ ਗੁਰਮੁਖ ਹੈ, ਗੁਰੂ ਦੇ ਦੱਸੇ ਰਾਹਾਂ ਤੇ, ਉਹ ਇਸ ਤਨ ਨੂੰ ਦੁਕਾਨ ਬਣਾਉਂਦਾ ਹੈ ਔਰ ਆਪ ਆਤਮਕ ਅਡੋਲਤਾ ਵਿੱਚ ਟਿਕ ਕੇ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਵਪਾਰ ਕਰਦਾ।